ਦੂਜੇ ਅਤੇ ਤੀਜੇ ਸੈਗਮੈਂਟ ਦੇ ਵਿੱਚ ਵੱਖੋ-ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਹਰਨੇਕ ਮਠਾੜੂ ਜੀ। ਜੀ ਮਠਾੜੂ ਸਾਹਿਬ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸ਼ਾਮਲ ਹੋਣ ਲਈ। ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ, ਥੈਂਕ ਯੂ ਜੀ। ਮਠਾੜੂ ਸਾਹਿਬ, ਦਿਨ ਪ੍ਰਤੀ ਦਿਨ ਹੁਣ ਵੇਖਣ ਨੂੰ ਮਿਲ ਰਿਹਾ ਹੈ ਕਿ ਆਏ ਦਿਨ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਸੰਖਿਆ ਮੁੜ ਤੋਂ ਵਧਣ ਲੱਗੀ ਹੈ, ਖਾਸ ਕਰਕੇ ਜਦ ਤੋਂ ਬਿਜ਼ਨਸ ਲਾਕਡਾਊਨ ਹੋਏ ਨੇ ਜਾਂ ਫਿਰ ਸਕੂਲ ਖੁੱਲ੍ਹੇ ਨੇ ਜਾਂ ਫਿਰ ਲਾਰਜ ਗੈਦਰਿੰਗਸ ਹੋ ਰਹੀਆਂ ਨੇ। ਵੱਖ-ਵੱਖ ਕਾਰਨ ਨੇ, ਇਹਨਾਂ ਦੇ ਬਾਰੇ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਪਰ ਮੇਰਾ ਸਵਾਲ ਇਹ ਹੈ ਕਿ ਹੁਣ ਜਿਸ ਰਫਤਾਰ ਦੇ ਨਾਲ ਜੋ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕੇਸ ਵੱਧ ਰਹੇ ਨੇ, ਕੀ ਲੱਗਦਾ ਹੈ ਤੁਹਾਨੂੰ ਵੀ ਕੀ ਹੀਲਾ ਵਸੀਲਾ ਕੀਤਾ ਜਾਣਾ ਚਾਹੀਦਾ? ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜੇ ਕੇਸ ਵੱਧ ਰਹੇ ਨੇ ਕਿੱਥੇ ਵੱਧ ਰਹੇ ਨੇ, ਕੀ ਕਹਿ ਰਹੇ ਨੇ ਅੰਕੜੇ ਜੀ? ਥੈਂਕ ਯੂ ਸੋਤਾ ਸਾਹਿਬ। ਇਹ ਜੀ ਇੱਦਾਂ ਹੈਗਾ ਵੀ ਇਹ ਸਭ ਤੋਂ ਜ਼ਿਆਦਾ ਕੇਸ ਜਿਹੜੇ ਵੱਧ ਰਹੇ ਹੈਗੇ ਇਹ ਉਹਨਾਂ ਹੀ ਸੂਬਿਆਂ ਦੇ ਵਿੱਚ ਵੱਧ ਰਹੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ। ਉਹ ਕੁਦਰਤੀ ਹੈਗਾ ਵੀ ਹੋਣਾ ਵੀ ਇੱਦਾਂ ਹੀ ਸੀ। ਇਹ ਤਾਂ ਹੁਣ ਸਕੂਲ ਵਗੈਰਾ ਖੁੱਲ੍ਹ ਗਏ, ਕਾਲਜ ਵਗੈਰਾ ਵੀ ਖੁੱਲ੍ਹ ਗਏ, ਬੱਚਿਆਂ ਦਾ ਅੰਦਰ ਬਾਹਰ ਜਾਣਾ ਆਉਣਾ ਸ਼ੁਰੂ ਹੋ ਗਿਆ। ਯੂਥ ਟੀਨਏਜਰ ਜਿਹੜੇ ਹੈ ਤਾਂ ਉਹਨਾਂ ਦਾ ਪਾਰਟੀਆਂ 'ਤੇ ਜਾਣਾ ਆਉਣਾ ਸ਼ੁਰੂ ਹੋ ਗਿਆ, ਆਪਸ ਦੇ ਵਿੱਚ ਮੇਲ ਮਿਲਾਪ ਸ਼ੁਰੂ ਹੋ ਗਏ, ਗੈਦਰਿੰਗਾਂ ਸ਼ੁਰੂ ਹੋ ਗਈਆਂ। ਤਾਂ ਉਹਦੇ ਕਾਰਨ ਇਹ ਵਧਣ ਦੀ ਆਸ ਸੀ। ਤੇ ਜਿਹੜੇ ਸਭ ਤੋਂ ਜ਼ਿਆਦਾ ਕੇਸ ਵਧੇ ਬਸੋਤਾ ਸਾਹਿਬ, ਇਹ ਵਧੇ ਕੁਬੈਕ ਦੇ ਵਿੱਚ। ਕੁਬੈਕ ਦੇ ਵਿੱਚ ਜੇ ਆਪਾਂ ਅਗਸਤ ਦੇ ਪਹਿਲੇ 2 ਹਫ਼ਤਿਆਂ ਦੇ ਉਲਟ ਸਤੰਬਰ ਦੇ ਪਹਿਲੇ 2 ਹਫ਼ਤਿਆਂ ਦੇ ਅੰਕੜਿਆਂ ਨੂੰ ਮਿਲਾਈਏ ਤਾਂ ਅਗਸਤ ਵਿੱਚ 90 ਸੀ ਕੇਸ ਇੱਕ ਦਿਨ ਦੇ ਐਵਰੇਜ, ਹੁਣ 204 ਕੇਸ ਹੈ ਇੱਕ ਦਿਨ ਦੇ ਐਵਰੇਜ। ਇਸੇ ਤਰ੍ਹਾਂ ਓਨਟਾਰੀਓ ਦੇ ਵਿੱਚ ਜੇ ਆਪਾਂ ਮਿਲਾਈਏ ਉਹਨਾਂ ਹੀ 2 ਹਫ਼ਤਿਆਂ ਦੇ ਪਿਛਲੇ ਮਹੀਨੇ ਦੇ ਇਸ ਮਹੀਨੇ ਨਾਲ, ਤਾਂ ਓਨਟਾਰੀਓ ਦੇ ਵਿੱਚ 90 ਸੀ ਪਹਿਲਾਂ, ਹੁਣ 184 ਹੈ, ਮਤਲਬ 104% ਵੱਧ ਗਿਆ ਇਹ। ਅਲਬਰਟਾ ਦੇ ਵੀ 88 ਸੀ ਅਗਸਤ ਦੇ ਵਿੱਚ ਐਵਰੇਜ ਕੇਸ ਇੱਕ ਦਿਨ ਦੇ, ਹੁਣ 137 ਹੈ। ਉਹਦਾ ਮਤਲਬ ਕੀ ਹੈ ਵੀ 55% ਕੇਸਾਂ ਦਾ ਵਾਧਾ ਹੋ ਗਿਆ। BC ਥੋੜਾ ਜਿਹਾ ਘੱਟ ਹੈਗਾ, ਪਰ ਜਾਣੀ ਐਸੇ ਹੀ ਤਰੀਕੇ ਨਾਲ ਵੱਧ ਰਹੇ ਸਾਰੇ ਪਾਸੇ। ਇਹਦੇ ਵਿੱਚ ਮਤਲਬ ਜਿੱਦਾਂ ਆਸ ਸੀ ਹੋਣਾ ਵੀ ਏਦਾਂ ਹੀ ਸੀ, ਪਰ ਸ਼ਾਇਦ ਇੰਨੀ ਆਸ ਨਾ ਹੋਏਗੀ ਵੀ ਜਿੰਨੀ ਇਹ ਸਰਜਹਾਈ ਹੋ ਰਹੀ ਹੈ। ਇਸ ਗੱਲ ਦਾ ਸੰਕੇਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੀਤਾ ਹੈ ਕਿ ਤਰ੍ਹਾਂ ਦੇ ਖਾਸ਼ੇ ਪ੍ਰਗਟ ਕੀਤੇ ਜਾ ਰਹੇ ਨੇ। ਖੈਰ, ਹੁਣ ਆਪਾਂ ਹੋਰ ਬਰੀਕੀ ਜਾਈਏ, ਐਨਾਲਾਈਜ਼ ਕਰੀਏ ਕਿ ਜੇ ਇਹ ਵੱਧ ਰਹੇ ਨੇ, ਕਿਊਬੈਕ 'ਚ ਤੁਸੀਂ ਦੱਸਿਆ ਵਧੇ ਨੇ, ਓਨਟਾਰੀਓ 'ਚ ਵਧੇ ਨੇ, ਅਲਬਰਟਾ ਦੇ ਵਿੱਚ ਵੀ ਹੁਣ ਅੱਜ ਇਸ਼ਾਰਾ ਕੀਤਾ ਹੈ ਜੋ ਚੀਫ ਮੈਡੀਕਲ ਅਫਸਰ ਡਾਕਟਰ ਡੀਨਾ ਹਿੰਸ਼ਾ, ਉਹਨਾਂ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਕਿ ਜਿਸ ਤਰ੍ਹਾਂ ਵੱਧ ਰਹੇ ਨੇ ਅਤੇ ਸਰਦੀਆਂ 'ਚ ਹੋ ਸਕਦਾ ਹੈ ਹੋਰ ਵੀ ਸਾਨੂੰ ਵੱਖਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ। ਪਰ ਹੁਣ ਓਵਰਆਲ ਦੇਖੀਏ ਕੀ ਕਾਰਨ ਨੇ ਇਹਨਾਂ ਦੇ ਵਧਣ ਦੇ? ਮਤਲਬ ਇੱਦਾਂ ਹੈ ਜੀ ਵੀ ਇਹ ਕਾਰਨ ਦਾ ਇਹਦਾ ਬੇਸਿਕਲੀ ਕੀ ਹੈਗਾ ਵੀ ਇਹ ਜਿਹੜਾ ਪੈਂਡੈਮਿਕ ਹੈ, ਇਹ ਜਿਹੜੀ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਇਹਨੂੰ ਪਲੇਗ ਕਹਿੰਦੇ ਸੀ, ਅੱਜ ਕੱਲ੍ਹ ਇਹਨੂੰ ਕਰੋਨਾ ਕਹਿ ਦਿੰਦੇ ਹੈਗੇ, ਕੋਵਿਡ-19, ਠੀਕ ਹੈ। ਇਹ ਕੋਵਿਡ-19 ਦੀ ਕੋਈ ਦਵਾਈ ਨਾ ਹੋਣ ਕਰਕੇ ਇਹਦਾ ਜਿਹੜਾ ਫੈਲਾਅ ਹੈਗਾ ਤੇ ਜਿੱਥੇ ਦੂਰ ਤੱਕ ਇਹ ਫੈਲਦਾ ਤੇ ਜਿੰਨੀ ਸਪੀਡ ਨਾਲ ਫੈਲਦਾ ਹੈਗਾ, ਉਹ ਵੱਡਾ ਰੀਜ਼ਨ ਹੈ ਇਹਦੇ ਵਿੱਚ। ਕਿਉਂਕਿ ਇਹ ਇੱਕ ਬੰਦੇ ਤੋਂ ਤੁਹਾਨੂੰ ਆਪਣੇ ਆਪ ਨੂੰ ਜੇ ਪਤਾ ਵੀ ਨਹੀਂ ਹੈਗਾ ਤਾਂ ਤੁਸੀਂ ਕਿੰਨੇ ਹੀ ਬੰਦਿਆਂ ਨੂੰ ਫੈਲਾ ਦੇਣੀ ਹੈ ਇਹ ਬਿਮਾਰੀ, ਉਹਨਾਂ ਨੂੰ ਵੀ ਨਹੀਂ ਪਤਾ ਲੱਗਣਾ 5-4 ਦਿਨ ਤੱਕ, ਜਦੋਂ ਤੁਸੀਂ ਉਹ ਪੂਰੇ ਬਿਮਾਰ ਨਹੀਂ ਹੋ ਜਾਂਦੇ। ਇਸ ਕਰਕੇ ਇਹਦਾ ਜਿਹੜਾ ਵਾਧਾ ਹੈਗਾ ਪੈਂਡੈਮਿਕ ਦੇ ਵਿੱਚ, ਇਹੀ ਵੱਡੀ ਗੱਲ ਹੈਗੀ ਵੀ ਇਹ ਵਾਧਾ ਤੇ ਫੈਲਾਓ ਮਾਰ ਇਹਦੀ ਬਹੁਤ ਛੇਤੀ ਸਪੀਡ ਨਾਲ ਹੁੰਦੀ ਹੈਗੀ। ਕਿਉਂ ਹੁੰਦੀ ਹੈ? ਇਹਦੇ ਵਿੱਚ ਕਾਰਨ ਇਹ ਹੈਗੇ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰੀ ਸੀ ਵੀ ਸਕੂਲ ਕਾਲਜ ਖੁੱਲ੍ਹਣੇ ਸ਼ੁਰੂ ਹੋ ਗਏ, ਕੰਮਕਾਰ ਫੇਲ ਤੋਂ ਸ਼ੁਰੂ ਹੋ ਗਏ, ਬੈਂਕੁਟ ਹਾਲ ਤੇ ਹੋਰ ਜਿਸ ਤਰ੍ਹਾਂ ਦੀਆਂ ਪਲੇਸਾਂ ਜਿੱਥੇ ਲੋਕ ਗੈਦਰ ਹੁੰਦੇ ਉਹ ਫੇਰ ਤੋਂ ਸ਼ੁਰੂ ਹੋ ਗਏ। ਜਿਸ ਤਰ੍ਹਾਂ ਆਪਣੇ ਕੁਬੈਕ ਦੇ ਵਿੱਚ 323 ਸਕੂਲਾਂ ਵਿੱਚੋਂ 266 ਸਕੂਲਾਂ ਦੇ ਵਿੱਚੋਂ ਕੇਸ ਲੱਭੇਗੇ, ਜਿੱਦਾਂ ਤੁਸੀਂ ਪਹਿਲਾਂ ਖਬਰਾਂ ਵਿੱਚ ਦੱਸਦੇ ਸੀ। ਅਲਬਰਟਾ ਦੇ ਵਿੱਚ ਵੀ ਇਹੀ ਹਾਲ ਹੈ। ਇਸ ਕਰਕੇ ਜਿੱਥੇ ਵੀ ਗੈਦਰਿੰਗਾਂ ਹੁੰਦੀਆਂ, ਔਰ ਇਹ ਜਿਹੜੀ ਯੰਗਰ ਜਨਰੇਸ਼ਨ ਹੈਗੀ ਉਹਨਾਂ ਤੋਂ ਵੱਡੀ ਪ੍ਰੋਬਲਮ ਹੈ, ਕਿਉਂਕਿ ਉਹਨਾਂ ਵਾਸਤੇ ਟਿਕਣਾ, ਆਪਣਾ ਪਰਹੇਜ਼ ਰੱਖਣਾ, ਪ੍ਰੀਕਾਸ਼ਨ ਲੈਣੀ, ਉਹਨਾਂ ਉਹ ਕਰਦੇ ਨਹੀਂ ਜਿੰਨਾ ਕਰਨਾ ਚਾਹੀਦਾ। ਤੁਸੀਂ ਇਹ ਸੋਚ ਸਕਦੇ, ਦੇਖ ਸਕਦੇ ਵੀ ਜਿਹੜੇ ਆਪਣੇ ਜਿਹੜੇ ਪ੍ਰੀਮੀਅਰ ਹੈ ਨਾ 4 ਹੀ ਸੂਬਿਆਂ ਦੇ, ਜਿਹੜੀ ਹੈਲਥ ਟੀਮਾਂ ਹੈਗੀਆਂ, ਉਹਨਾਂ ਨੇ ਬਾਰ-ਬਾਰ ਵਾਰਨਿੰਗਾਂ ਦਿੱਤੀਆਂ। ਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਤਾਂ ਤੇ ਇੱਦਾਂ ਹੀ ਕੁਬੈਕ ਦੇ ਪ੍ਰੀਮੀਅਰ, ਉਹਨਾਂ ਨੇ ਤਾਂ ਸਾਫ਼ ਵਾਰਨਿੰਗ ਦੇ ਦਿੱਤੀ, ਕਹਿੰਦੇ ਵੀ ਅਸੀਂ ਜਿੰਨੀ ਸਖਤੀ ਕਰਨ ਦੀ ਸਾਨੂੰ ਲੋੜ ਪਏਗੀ ਅਸੀਂ ਕਰਾਂਗੇ। ਇਸ ਕਰਕੇ ਅਸੀਂ ਪਾਪੂਲੇਸ਼ਨ ਨੂੰ, ਲੋਕਾਂ ਦੇ ਅੱਗੇ ਅਪੀਲ ਕਰਦੇ ਹਾਂ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਓ, ਆਪਣੇ ਆਪ ਨੂੰ ਬਚਾਓ ਤੇ ਦੂਜਿਆਂ ਨੂੰ ਬਚਾਓ। ਇਸ ਕਰਕੇ ਇਹ ਇੱਦਾਂ ਦੇ ਹਾਲਾਤ ਬਣੇ ਹੋਏ ਆ। ਹਰਨੇਕ ਜੀ, ਵੇਖੀਏ ਆਪਾਂ ਕੋਈ ਵੈਕਸੀਨ ਅਜੇ ਤੱਕ ਮਿਲੀ ਨਹੀਂ, ਜਦੋਂ ਤੱਕ ਨਹੀਂ ਮਿਲੀ
ਇਹਨਾਂ ਦੇ ਲਈ ਇਹਨਾਂ ਨੂੰ ਕਾਬੂ ਕਰਨ ਦੇ ਲਈ ਜਾਂ ਇਸ ਦੇ ਫੈਲਾਅ ਤੋਂ ਬਚਣ ਲਈ ਸਾਨੂੰ ਕੋਈ ਨਾ ਕੋਈ ਹੀਲਾ ਵਸੀਲਾ ਕਰਨਾ ਪੈਣਾ, ਕੁਛ ਹੋਰ ਉਪਰਾਲੇ ਅਜਿਹੇ ਕਰਨੇ ਪੈਣਗੇ ਤਾਂ ਕਿ ਇਸ ਦੇ ਵਧਣ ਨੂੰ ਰੋਕਿਆ ਜਾਵੇ। ਬੇਸ਼ੱਕ ਤੇ ਇਸ ਦਾ ਇਲਾਜ ਅਜੇ ਤੱਕ ਨਹੀਂ ਮਿਲਿਆ ਹੈ। ਸੋ ਅਗਰ ਇਸ ਪਾਸੇ ਤੇ ਨਜ਼ਰ ਮਾਰੀਏ, ਤੁਹਾਡੇ ਅਨੁਸਾਰ ਕੀ ਕੁਛ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ? ਦੇਖੋ, ਇਹ ਜਿਹੜੀ ਮਤਲਬ ਸਾਰੀਆਂ ਗੌਰਮੈਂਟਾਂ ਇਹਦਾ ਡਾਟਾ ਇਕੱਠੀਆਂ ਕਰਦੀਆਂ, ਜਿਉਂ ਜਿਉਂ ਕੋਈ ਮਰੀਜ਼ ਆਉਂਦਾ ਹੈਗਾ ਕਰੋਨਾ ਦੀ ਮਾਰ ਦੇ ਵਿੱਚ, ਉਹਦਾ ਡਾਟਾ ਇਕੱਠਾ ਕਰਦੇ ਆ ਵੀ ਉਹ ਕਿੱਥੋਂ ਉਹਨੂੰ ਮਤਲਬ ਇਨਫੈਕਸ਼ਨ ਹੋਈ ਹੈਗੀ, ਕਿੱਥੋਂ ਸ਼ੁਰੂ ਹੋਈ ਹੈ ਕਹਾਣੀ। ਤਾਂ ਉਹ ਕਿਉਂਕਿ ਉਹ ਜਦੋਂ ਤੁਸੀਂ ਤੁਹਾਨੂੰ ਉਹ ਨਹੀਂ ਪਤਾ ਲੱਗਦਾ ਤਾਂ ਤੁਸੀਂ ਆਪਣੇ ਉਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਕਰ ਸਕਦੇ, ਉਸ ਤਰ੍ਹਾਂ ਦੀ ਪ੍ਰੀਕਾਸ਼ਨਾਂ ਨਹੀਂ ਲੈ ਸਕਦੇ, ਤਾਂ ਉਸ ਤਰ੍ਹਾਂ ਦਾ ਕੰਟਰੋਲ ਨਹੀਂ ਕਰ ਸਕਦੇ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਸ ਕਰਕੇ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਗੌਰਮੈਂਟਾਂ ਦੇ ਲਈ ਇਹ ਪਤਾ ਕਰਨਾ ਵੀ ਅਗਰ ਕੋਈ ਬੰਦੇ ਨੂੰ ਇਹ ਕੇਸ ਹੋਇਆ ਹੈਗਾ, ਉਹਨੂੰ ਕਿੱਥੋਂ ਇਨਫੈਕਸ਼ਨ ਹੋਈ ਹੈ, ਕਿੱਥੋਂ ਇਨਫੈਕਸ਼ਨ ਹੋਣ ਦੀ ਤੇ ਕਿੰਨੀ ਉਮਰ ਦਾ ਗਰੁੱਪ ਹੈਗਾ, ਉਹ ਬੰਦਾ ਕਿੱਥੇ ਕਿੱਥੇ ਗਿਆ, ਕੀ ਕੀ ਉਹਨੇ ਕੀਤਾ, ਉਹ ਸਾਰੀਆਂ ਚੀਜ਼ਾਂ ਫਿਰ ਦੱਸ ਦਿੰਦੀਆਂ ਹੈਗੀਆਂ ਵੀ ਇਹ ਇਸ ਕਰਕੇ ਹੋ ਰਿਹਾ ਹੈਗਾ। ਇਹ ਜਿਹੜੀ ਯੰਗਰ ਜਨਰੇਸ਼ਨ ਦੇ ਚਾਹੇ ਉਹ ਟੀਨੇਜਰ ਹੈ, ਚਾਹੇ ਉਹ ਹਾਈ ਸਕੂਲ ਵਾਲੇ ਹੈ, ਇਹ 40 ਸਾਲ ਤੋਂ ਘੱਟ ਉਮਰ ਦੇ ਜਿਹੜੇ ਹੈਗੇ ਇਹ ਪ੍ਰਾਈਵੇਟ ਫੰਕਸ਼ਨਾਂ ਵਿੱਚ ਜਾਂਦੇ, ਸੋਸ਼ਲ ਗੈਦਰਿੰਗਾਂ ਵਿੱਚ ਜਾਂਦੇ ਹੈਗੇ ਜਿੱਥੇ ਇਹ ਆਪਣਾ ਪਰਹੇਜ਼ ਨਹੀਂ ਰੱਖਦੇ। ਤਾਂ ਇਹਨਾਂ ਨੂੰ ਇੱਕ ਪ੍ਰੋਬਲਮ ਵੱਡੀ ਇਹ ਵੀ ਹੈ, ਇਹ ਐਦਾਂ ਨਹੀਂ ਸਮਝਦੇ ਹੈਗੇ ਵੀ ਇਹ ਜਿਹੜੀ ਬਿਮਾਰੀ ਹੈਗੀ ਇਹਨਾਂ ਦੇ ਉੱਤੇ ਬਹੁਤਾ ਅਸਰ ਕਰਦੀ ਹੈਗੀ। ਅੰਕੜੇ ਤਾਂ ਇਹੀ ਦੱਸਦੇ ਵੀ ਅਸਰ ਨਹੀਂ ਕਰਦੀ ਹੈਗੀ ਇੰਨਾ ਬਹੁਤਾ, ਪਰ ਫਿਰ ਵੀ ਇਹਨਾਂ ਦੇ ਉੱਤੇ ਅਸਰ ਕਰਨ ਦੇ ਨਾਲ ਜੇ ਕਿਸੇ ਸਿਆਣੇ ਬਜ਼ੁਰਗ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਬਿਮਾਰੀ ਹੋ ਜਾਂਦੀ, ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ। ਇਸ ਕਰਕੇ ਗੌਰਮੈਂਟਾਂ ਨੂੰ ਕੀ ਕਰਨਾ ਪੈਣਾ ਹੈਗਾ, ਇਹ ਜਿਹੜੇ ਗਰੁੱਪ ਹੈਗੇ ਜਿੱਥੇ ਇਹ ਜਾਂਦੇ ਹੈਗੇ, ਪਹਿਲਾਂ ਤਾਂ ਉਹਨਾਂ ਦੀ ਗੈਦਰਿੰਗ ਜਿਹੜੀ ਹੈਗੀ ਇਨਡੋਰ ਗੈਦਰਿੰਗ ਤੇ ਆਊਟਡੋਰ ਗੈਦਰਿੰਗ ਉਹ ਘਟਾਉਣੀ ਪੈਣੀ ਹੈਗੀ ਵੀ ਤਾਂ ਕਿ ਉੱਥੇ ਜ਼ਿਆਦਾ ਬੰਦਿਆਂ ਨੂੰ ਇਕੱਠੇ ਹੋਣ ਦਾ ਮੌਕਾ ਨਾ ਦਿਓ। ਤਾਂ ਜੇ ਫਿਰ ਥੋੜਾ ਜਿਹਾ ਉਹਨਾਂ ਨੂੰ ਡਰ ਪਾਉਣ ਦੇ ਲਈ ਅਗਰ ਉਹ ਫਿਰ ਵੀ ਨਹੀਂ ਹਟਦੇ ਹੈਗੇ ਤਾਂ ਉਹਨਾਂ ਨੂੰ ਇਹ ਵੀ ਦੱਸਣਾ ਪੈਣਾ ਵੀ ਅਗਰ ਜਿਹੜੇ ਬੰਦੇ ਇਹ ਸੋਸ਼ਲ ਗੈਦਰਿੰਗਾਂ ਕਰਦੇ ਹੈਗੇ, ਉਹ ਸੋਸ਼ਲ ਗੈਦਰਿੰਗਾਂ ਨੂੰ ਕਰਨ ਵਾਲੇ ਜਿਹੜੇ ਆਰਗੇਨਾਈਜ਼ਰ ਨੇ $10,000 ਤੱਕ ਦਾ ਫਾਈਨ ਹੋ ਸਕਦਾ। ਜਿਹੜਾ ਇੰਡੀਵਿਜੂਅਲ ਉੱਥੇ ਬਿਨਾਂ ਬੁਲਾਏ ਤੋਂ ਚਲਾ ਗਿਆ ਉਹਨੂੰ $750 ਤੱਕ ਦਾ ਫਾਈਨ ਹੋ ਸਕਦਾ। ਪੁਲਿਸ ਨਿਗਾਹ ਰੱਖੇਗੀ, ਨੇਬਰ ਨਿਗਾਹ ਰੱਖਣਗੇ। ਇਸ ਕਰਕੇ ਏਦਾਂ ਦੀ ਪੂਰੀ ਟਾਰਗੇਟਡ ਅਪਰੋਚ ਲੈਣੀ ਪੈਣੀ ਹੈ ਗੌਰਮੈਂਟ ਨੂੰ, ਤੇ ਇਸ ਤਰ੍ਹਾਂ ਦੇ ਹੀ ਕੰਮ ਗੌਰਮੈਂਟ ਕਰ ਰਹੀ ਹੈਗੀ ਜਾਂ ਤੋਂ ਇਸ਼ਾਰਾ ਇਹੀ ਮਿਲਦਾ ਹੈਗਾ ਜੀ ਵੀ ਤੁਸੀਂ ਲਾਪਰਵਾਹੀ ਨਾ ਕਰਿਓ। ਬਿਲਕੁਲ ਇਹ ਚੀਜ਼ ਹੈ। ਸੋ ਕੁੱਲ ਮਿਲਾ ਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਜੇ ਲੋਕੀ ਆਵਾਜ਼ ਨਾ ਆਏ, ਜੇ ਲੋਕਾਂ ਨੇ ਚਾਹੇ ਕਿਸੇ ਵੀ ਸੂਬੇ ਦੇ ਹੋਣ, ਜੋ ਸਿਹਤ ਵਿਭਾਗ ਹੈ ਉਹਨਾਂ ਦੀਆਂ ਹਦਾਇਤਾਂ 'ਤੇ ਅਮਲ ਨਾ ਕੀਤਾ, ਤਾਂ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਮਾਪਦੰਡ ਹੈ ਜਿਹੜੇ ਹੋਰ ਸਖਤ ਕਰਨੇ ਪੈਣ ਤਾਂ ਕਿ ਲੋਕਾਂ 'ਤੇ ਜੋ ਇਨਫੋਰਸਮੈਂਟ ਕੀਤੀ ਜਾ ਸਕੇ ਇਸ ਦੇ ਫੈਲਾਅ ਨੂੰ ਰੋਕਣ ਦੇ ਲਈ। ਸੋ ਦੋਸਤੋ, ਇਹ ਸੀ ਸਾਡੀ ਦੂਜੇ ਸੈਗਮੈਂਟ ਦਾ ਵਿਚਾਰ ਚਰਚਾ। ਇਸ ਦੇ ਨਾਲ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਵਾਪਸ ਆਉਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਕੁਝ ਹੋਰ ਨਵੇਂ ਟੌਪਿਕਸ ਦੇ ਨਾਲ ਵਿਚਾਰ ਚਰਚਾ ਦੇ ਲਈ। ਗੱਲਬਾਤ ਚੱਲ ਰਹੀ ਹੈ ਹਰਨੇਕ ਮਠਾੜੂ ਦੇ ਨਾਲ, ਵੱਖ-ਵੱਖ ਟੌਪਿਕਸ ਨੂੰ ਲੈ ਕੇ ਵਿਚਾਰ ਚਰਚਾ ਕਰ ਰਹੇ ਹਾਂ। ਅਗਲਾ ਟੌਪਿਕ ਬੜਾ ਹੌਟ ਹੈ ਅਤੇ ਸਮੇਂ-ਸਮੇਂ ਸਿਰ ਇਹ ਗਰਮਾਉਂਦਾ ਰਿਹਾ ਹੈ ਅਤੇ ਫਿਰ ਠੰਡਾ ਪੈ ਜਾਂਦਾ ਸੀ। ਹਰਨੇਕ ਅਗਲਾ ਟੌਪਿਕ ਹੈ ਜੋ ਪ੍ਰੋਵਿੰਸ਼ੀਅਲ ਸੇਲ ਟੈਕਸ ਦਾ ਹੈ, ਜਿਸ ਨੂੰ PST ਸ਼ਾਰਟ ਫਾਰਮ 'ਚ ਕਹਿੰਦੇ ਆ। ਅਸਲ ਵਿੱਚ ਪ੍ਰੋਵਿੰਸ਼ੀਅਲ ਸੇਲ ਟੈਕਸ ਦਾ ਮਾਮਲਾ ਸਮੇਂ-ਸਮੇਂ ਸਿਰ ਗਰਮਾਉਂਦਾ ਰਿਹਾ ਹੈ। ਹਾਲਾਂਕਿ ਅਲਬਰਟਾ ਹੀ ਇੱਕ ਅਜਿਹਾ ਪੂਰੇ ਕੈਨੇਡਾ 'ਚ ਸੂਬਾ ਹੈ ਜਿੱਥੇ PST ਨਹੀਂ ਹੈ। ਪਿਛਲੀ ਸਰਕਾਰ ਜਦੋਂ NDP ਦੀ ਸਰਕਾਰ ਸੀ ਉਸ ਵੇਲੇ ਵੀ ਗੱਲ ਉੱਠੀ ਸੀ ਅਤੇ ਫਿਰ ਗੱਲ ਵਿੱਚ ਹੀ ਰਹਿ ਗਈ ਹੈ। ਹੁਣ ਜਦ ਤੋਂ ਇਹ ਸਰਕਾਰ ਬਣੀ ਹੈ, ਬਣਦੀ ਸਾਰੇ ਇਹ ਗੱਲ ਤੁਰਦੀ ਰਹੀ ਹੈ, ਫਿਰ ਥੰਮ ਜਾਂਦੀ ਹੈ। ਹੁਣ ਪਹਿਲਾਂ ਤਾਂ ਮੈਨੂੰ ਹਰਨੇਕ ਇਹ ਦੱਸੋ ਕਿ ਜਿਹੜੀ ਇਸ ਵੇਲੇ UCP ਸਰਕਾਰ ਹੈ, ਇਸ ਦੇ ਦੌਰਾਨ ਹੀ ਕਿਉਂ ਗੱਲ ਉੱਠ ਰਹੀ ਹੈ, ਕਿਉਂ ਲੋੜ ਪਈ PST ਦੀ, ਅਤੇ ਪਿਛਲੀ ਸਰਕਾਰ ਨੇ ਕਿਉਂ ਨਹੀਂ PST ਲਗਾਈ? ਜੀ ਥੈਂਕ ਯੂ ਵਿਸੋਤਾ ਸਾਹਿਬ। ਇਹ ਜੀ ਇੱਦਾਂ ਹੈਗਾ ਵੀ ਅਲਬਰਟਾ ਦੇ ਜਿਹੜੇ ਹਾਲਾਤ ਹੈ ਅੱਜ ਕੱਲ੍ਹ, ਜਿਹਨੂੰ ਕਹਿ ਲਓ ਵੀ ਆਪਣੇ ਆਰਥਿਕ ਹਾਲਾਤ ਹੈਗੇ, ਉਹ ਇੱਦਾਂ ਦੇ ਬਣੇ ਹੋਏ ਆ ਪਿਛਲੇ 6 ਸਾਲ ਤੋਂ ਵੀ, ਜਿਹਦੇ ਕਰਕੇ ਅਲਬਰਟਾ ਦੇ ਕੋਲ ਇਨਕਮ ਨਹੀਂ ਹੈ ਉਨੀ ਜਿੰਨੀ ਪਹਿਲਾਂ ਇਹਨਾਂ ਦੇ ਕੋਲ ਹੁੰਦੀ ਸੀ। ਇਨਕਮ ਤੋਂ ਮਤਲਬ ਹੈ ਵੀ ਜਿਹੜਾ ਅਲਬਰਟਾ ਦੀ ਗੌਰਮੈਂਟ ਦਾ ਬਜਟ ਹੁੰਦਾ ਸੀ ਉਹ ਬਜਟ ਉਨਾ ਬਣਦਾ ਨਹੀਂ। ਆਪਾਂ ਅੱਗੇ ਵੀ ਗੱਲ ਕੀਤੀ ਹੈਗੀ ਵੀ ਅਲਬਰਟਾ ਦੀ ਇਕੋਨਮੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਤੇਲ ਦੇ ਨਾਲ ਜੁੜਿਆ ਹੋਇਆ। 2014 ਤੋਂ ਬਾਅਦ ਤੇਲ ਦੀਆਂ ਕੀਮਤਾਂ ਘਟਦੀਆਂ ਚਲੇ ਗਈਆਂ। ਤੇਲ ਦੀਆਂ ਕੀਮਤਾਂ ਘਟਣ ਕਰਕੇ
ਉਨੀ ਆਮਦਨ ਨਹੀਂ ਜਿੰਨਾ ਉਹਨਾਂ ਨੂੰ ਤਕਰੀਬਨ $9 ਬਿਲੀਅਨ ਇੱਕ ਸਾਲ ਦੀ ਰਾਇਲਟੀਆਂ ਵਗੈਰਾ ਟੈਕਸ ਵਗੈਰਾ ਤੋਂ ਇਕੱਠਾ ਹੁੰਦਾ ਸੀ ਤੇਲ ਤੋਂ। ਉਹ ਜੇ ਉਨਾ ਤੇਲ ਹੀ ਨਹੀਂ ਉਨਾ ਵਿਕ ਰਿਹਾ, ਤੇਲ ਦੀ ਉਨੀ ਪ੍ਰਾਈਸ ਨਹੀਂ ਰਹੀ ਹੈਗੀ, ਤਾਂ ਇਸ ਕਰਕੇ ਉਹ ਬਜਟ ਦੇ ਵਿੱਚ ਆਮਦਨ ਨਹੀਂ ਰਹਿੰਦੀ। ਤਾਂ ਉਹ ਕਾਰਨ ਹੈਗਾ ਵੀ ਜਦੋਂ ਪਹਿਲਾਂ 2-4 ਸਾਲ ਪਹਿਲਾਂ ਵੀ ਇਹ ਗੱਲ ਉੱਠੀ ਸੀ ਤੇ ਉਦੋਂ ਫਿਰ ਜਿਹੜੇ ਮਤਲਬ ਸਾਇੰਟਿਸਟ ਹੈਗੇ, ਐਕਸਪਰਟ ਬੰਦੇ ਗੌਰਮੈਂਟ ਨੂੰ ਸਲਾਹ ਦਿੰਦੇ ਰਹਿੰਦੇ ਆ ਵੀ ਤੁਸੀਂ ਦੇਖੋ ਬਾਕੀ ਜਿਹੜੇ ਸੂਬੇ ਹੈਗੇ ਇਹਨਾਂ ਨੇ GST ਲਾਇਆ ਹੋ, ਤੁਸੀਂ ਵੀ ਲਾ ਸਕਦੇ ਆ, ਪਰ ਕੋਈ ਵੀ ਗੌਰਮੈਂਟ ਇੱਧਰ ਨੂੰ ਤੁਰਨ ਨੂੰ ਤਿਆਰ ਨਹੀਂ ਹੈ। ਤੁਰਨ ਨੂੰ ਕਿਉਂ ਨਹੀਂ ਤਿਆਰ ਹੈ? ਕਿਉਂਕਿ ਅਲਬਰਟਾ ਹੀ ਕਿਹਾ ਜਿਹਾ ਸੂਬਾ ਹੈਗਾ ਤੇ ਅਲਬਰਟਾ ਨੇ ਹਮੇਸ਼ਾ ਹੀ ਇਹ ਲਾਈਨ ਇਸਤੇਮਾਲ ਕਰੀ ਹੈਗੀ ਵੀ ਦੇਖੋ ਬਿਜ਼ਨਸ ਵਾਲਿਓ ਤੁਸੀਂ ਇੱਥੇ ਆਓ, ਲੋਕੋ ਤੁਸੀਂ ਇੱਥੇ ਮੂਵ ਹੋ ਤਾਂ ਕਿ ਤੁਹਾਨੂੰ ਟੈਕਸ ਨਹੀਂ ਦੇਣਾ ਪਏਗਾ, ਸੇਲ ਟੈਕਸ ਤੁਹਾਡਾ ਘੱਟ ਖਰਚਾ ਹੋਏਗਾ, ਤੁਹਾਡੇ ਕੰਮਾਂ ਕਾਰਾਂ ਦਾ ਘੱਟ ਖਰਚਾ ਹੋਏਗਾ, ਇਸ ਕਰਕੇ ਬਿਜ਼ਨਸ ਇੱਥੇ ਜ਼ਿਆਦਾ ਚੱਲਣਗੇ। ਪਰ ਹਾਲਾਤ ਇੱਦਾਂ ਦੇ ਬਣੇ ਹੋਏ ਹੈਗੇ ਅੱਜ ਵੀ ਹੁਣ ਗੌਰਮੈਂਟ ਦੀ ਆਮਦਨ ਦਾ ਤਾਂ ਇਹ ਹਾਲ ਹੈ, COVID-19 ਨੇ $24.2 ਬਿਲੀਅਨ ਦਾ ਘਾਟਾ ਪਾ ਦੇਣਾ ਬਜਟ ਨੂੰ ਇਸ ਸਾਲ ਦੇ ਵਿੱਚ। ਆਪਣਾ $55 ਬਿਲੀਅਨ ਦਾ ਬਜਟ ਹੁੰਦਾ ਅਲਬਰਟਾ ਦਾ, ਉਹਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਵੀ $24.2 ਬਿਲੀਅਨ ਦਾ ਘਾਟਾ ਇਹ COVID-19 ਦੀ ਮਿਹਰ ਕਰਕੇ ਇੰਨਾ ਹੋਇਆ ਹੈਗਾ। ਤਾਂ ਉਹਦਾ ਰਿਜ਼ਲਟ ਕੀ ਹੈ ਕਿ ਗੌਰਮੈਂਟ ਆਮਦਨ ਕਿੱਥੋਂ ਕਰੇਗੀ? ਹੁਣ ਮੇਰਾ ਸਵਾਲ ਇਹ ਹੈ ਕਿ ਸਰਕਾਰ ਇਹ UCP ਹੈ, ਪਹਿਲਾਂ NDP ਸਰਕਾਰ ਸੀ, NDP ਸਰਕਾਰ ਨੇ ਕਿਉਂ ਨਹੀਂ PST ਲਾਗੂ ਕੀਤੀ? ਉਹਦਾ ਕਾਰਨ ਇਹ ਹੈਗਾ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਜੇਸਨ ਕੈਨੀ ਹੋਰਾਂ ਦੀ, ਇਹ ਪਾਰਟੀ ਜਦੋਂ ਵਿਰੋਧੀ ਧਿਰ ਦੇ ਵਿੱਚ ਹੈ ਨਾ, ਤਾਂ ਇਹ ਪਾਰਟੀ ਕਦੇ ਵੀ ਇਹ ਟੋਲਰੇਟ ਨਹੀਂ ਕਰੇਗੀ ਵੀ NDP ਵਾਲੇ GST ਲਾਗੂ ਨਾ PST ਲਾਗੂ ਕਰਨ, ਕਿਉਂਕਿ ਇਹਨਾਂ ਨੇ ਇਸ ਪਾਰਟੀ ਨੇ ਹਮੇਸ਼ਾ ਹੀ ਟੈਕਸ ਘਟਾਉਣ ਦੇ, ਲੋਕਾਂ ਦੇ ਉੱਤੇ ਹੋਰ ਟੈਕਸ ਨਾ ਲਾਓ, ਲੋਕਾਂ ਨੂੰ ਆਪਣੇ ਪੈਸੇ ਆਪ ਵਰਤਣ ਦਿਓ, ਲੋਕਾਂ ਗੌਰਮੈਂਟ ਨੂੰ ਉਹਨਾਂ ਤੋਂ ਬਾਹਰ ਰਹਿਣਾ ਚਾਹੀਦਾ। ਇਸ ਕਰਕੇ ਇਹ ਪਾਰਟੀ ਨੇ ਹਮੇਸ਼ਾ ਹੀ ਵਿਰੋਧ ਕੀਤਾ ਟੈਕਸ ਲਾਉਣ ਦਾ, ਇਸ ਕਰਕੇ NDP ਵਾਲੇ ਵੀ ਉਦੋਂ ਚੁੱਪ ਹੋ ਜਾਂਦੇ ਸੀ। ਤੇ ਦੂਜਾ NDP ਵਾਲਿਆਂ ਦੇ ਅੱਗੇ ਐਡੀ ਵੱਡੀ ਪ੍ਰੋਬਲਮ ਵੀ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਵੀ ਤੇਲ ਦੇ ਕਾਰੋਬਾਰ ਫਿਰ ਚੱਲ ਪੈਣੇ, ਪਾਈਪਲਾਈਨ ਪਾਸ ਹੋ ਗਈ, ਇਸ ਕਰਕੇ ਨਹੀਂ ਚਲਾ ਸਕਿਆ। ਪਰ UCP ਵਾਲੇ ਜੇਸਨ ਕੈਨੀ ਹੋਰਾਂ ਦੀ ਗੌਰਮੈਂਟ ਜਿਹੜੀ ਹੈ, ਉਹਨਾਂ ਦੇ ਕੋਲ ਕੋਈ ਬਹੁਤੇ ਚਾਰੇ ਨਹੀਂ ਰਹੇ। ਦੂਜਾ, ਅਗਰ ਉਹ ਲਾਗੂ ਕਰਨ ਦਾ ਇਹ ਆਈਡੀਆ ਦੰਨੇ ਲੋਕਾਂ ਦੇ ਅੱਗੇ ਰੱਖ ਦੇਣਗੇ ਤਾਂ ਫਿਰ ਉਹਨਾਂ ਦਾ ਵਿਰੋਧ ਕਰਨ ਦੀ ਕਿਸੇ ਨੂੰ ਲੋੜ ਨਹੀਂ ਪੈਣੀ ਹੈਗੀ। NDP ਨੂੰ ਪਹਿਲਾਂ ਹੀ ਪਤਾ ਹੈਗਾ ਵੀ ਇਹਦੀ ਲੋੜ ਹੈਗੀ। ਤੇ ਇਹਦੇ ਵਿੱਚ ਬਸੋਤਾ ਸਾਹਿਬ ਇੱਕ ਚੀਜ਼ ਹੋਰ ਦੱਸਦਾ ਵੀ ਅਗਰ ਅਲਬਰਟਾ ਦੇ ਵਿੱਚ 1% ਵੀ PST ਲਾ ਦਿੱਤਾ ਜਾਵੇ ਤਾਂ ਉਹਦੇ ਨਾਲ $1 ਬਿਲੀਅਨ ਦੀ ਆਮਦਨ ਵੱਧ ਜਾਂਦੀ ਹੈ। $1 ਬਿਲੀਅਨ ਦਾ ਰੈਵਨਿਊ ਇਕੱਠਾ ਹੁੰਦਾ ਗੌਰਮੈਂਟ ਨੂੰ। ਅਗਰ 5% ਲਾ ਦਿੰਦੇ ਹੈਗੇ ਉਹ ਹਰ ਚੀਜ਼ ਪਿੱਛੇ, 5% ਦਾ ਮਤਲਬ $5 ਬਿਲੀਅਨ ਦੀ ਆਮਦਨ ਵੱਧ ਗਈ। ਕਈ ਸੂਬਿਆਂ ਵਿੱਚ ਤਾਂ ਇਹ 5% ਤੋਂ ਜਾ ਕੇ 8-9% ਤੱਕ ਵੀ ਚੱਲਦਾ ਹੈਗਾ। ਤਾਂ ਅਲਬਰਟਾ ਕਿਉਂ ਨਹੀਂ ਕਰ ਸਕਦਾ? ਅਲਬਰਟਾ ਵੀ ਕਰ ਸਕਦਾ। ਸੋ ਇਸ ਗੱਲ ਨੂੰ ਲੈ ਕੇ ਤਾਂ ਪੂਰੇ ਸੰਕੇਤ ਮਿਲ ਰਹੇ ਨੇ ਜੋ ਸਥਿਤੀ ਹੈ, ਤੇ ਦੂਜੇ ਪਾਸੇ ਜੋ UCP ਚਾਹੁੰਦੀ ਹੈ ਤੇ PST ਲਾਗੂ ਹੋਣ ਦੀ ਜਲਦ ਸੰਭਾਵਨਾ ਹੈ। ਇਸ ਸੰਬੰਧੀ ਫੈਸਲਾ ਜਲਦ ਹੀ ਲਿਆ ਜਾਏਗਾ ਜੀ। ਤੇ ਹੁਣ ਅਗਲੇ ਟੌਪਿਕ ਵੱਲ ਵੱਧਦੇ ਹਾਂ, ਕਿਉਂਕਿ ਅੱਜ ਸਾਡੇ ਟੌਪਿਕ ਜਿੰਨੇ ਵੀ ਨੇ ਸਾਰੇ ਹੌਟ ਨੇ ਤੇ ਆਵਾਮ ਦੇ ਨਾਲ ਜੁੜੇ ਹੋਏ ਨੇ। ਸਮੇਂ ਸਿਰ ਹੁਣ ਜਿਸ ਤਰ੍ਹਾਂ ਚੋਣਾਂ ਨੇੜੇ ਆ ਰਹੀਆਂ ਨੇ, ਹੁਣ 23 ਸਤੰਬਰ ਨੂੰ ਅਸੈਂਬਲੀ ਸਟਾਰਟ ਹੋਣੀ ਹੈ, ਆਪਣਾ ਪਾਰਲੀਮੈਂਟ ਸਟਾਰਟ ਹੋਣੀ ਹੈ, ਅਤੇ ਜਿਸ ਤਰ੍ਹਾਂ ਪਹਿਲਾਂ ਖਾਸ਼ੇ ਪ੍ਰਗਟ ਕੀਤੇ ਜਾ ਰਹੇ ਸੀ ਸ਼ਾਇਦ ਬਹੁਮਤ ਹਾਸਲ ਨਾ ਕਰ ਸਕੇ, ਇਲੈਕਸ਼ਨ ਡਿਕਲੇਅਰ ਹੋ ਜਾਣ, ਲੇਕਿਨ ਥੋੜ੍ਹੀ ਠੰਡਾ ਹਵਾ ਦੇ ਸੰਕੇਤ ਮਿਲ ਰਹੇ ਨੇ ਆਟਵਾ ਦੇ ਵੱਲੋਂ, ਅਤੇ ਹੋ ਸਕਦਾ ਚੋਣਾਂ ਨਾ ਹੋਣ, ਕਿਉਂਕਿ ਹਾਲ ਹੀ ਦੇ ਵਿੱਚ ਜੋ NDP ਹੈ, ਫੈਡਰਲ NDP, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਵਿਦਆਊਟ ਕੰਡੀਸ਼ਨ ਉਹ ਸਪੋਰਟ ਕਰਨਗੇ ਜੋ ਮਰਜ਼ੀ ਥਰੋਨ ਸਪੀਚ ਲੈ ਕੇ ਆਉਂਦੇ ਨੇ। ਹਾਲ ਹੀ 'ਚ ਜਗਮੀਤ ਉਹਨਾਂ ਨੇ ਐਲਾਨ ਕੀਤਾ ਹੈ। ਪਰ ਹੁਣ ਇਸ ਤੋਂ ਹਟ ਕੇ ਆਪਾਂ ਜੋ ਅੱਜ ਪੋਲ ਸਰਵੇਖਣ ਆਏ ਨੇ, ਕੀ ਕਹਿ ਰਹੇ ਨੇ ਪੋਲ ਸਰਵੇਖਣ? ਕੌਣ ਹੈ ਅੱਗੇ, ਕੌਣ ਹੈ ਪਿੱਛੇ, ਕੌਣ ਕਰ ਰਿਹਾ ਲੀਡ ਤੇ ਕੌਣ ਰਿਹਾ ਹੈ ਪਛੜ? ਜੀ ਬਸੋਤਾ ਸਾਹਿਬ, ਇੱਦਾਂ ਹੈ ਜੀ ਵੀ ਲੋਕਾਂ ਨੂੰ ਕੈਨੇਡਾ ਦੇ ਵਿੱਚ ਹਾਲੇ ਵੀ ਇਹ ਭਰੋਸਾ ਹੈਗਾ ਜਾਂ ਤਸੱਲੀ ਹੋਈ ਆ ਲੋਕਾਂ ਦੇ ਮਨਾਂ ਨੂੰ ਵੀ ਲਿਬਰਲ ਪਾਰਟੀ ਦੀ ਸਰਕਾਰ ਨੇ ਜਿਹੜਾ ਕੰਮ ਕੀਤਾ ਹੈਗਾ ਪਿਛਲੇ 6 ਮਹੀਨੇ 8 ਮਹੀਨੇ ਦੌਰਾਨ, ਜਦੋਂ ਤੋਂ ਇਹ ਗੌਰਮੈਂਟ ਬਣੀ ਹੈ, ਚਾਹੇ ਇਸ ਗੌਰਮੈਂਟ ਦੀ ਮੈਜੋਰਟੀ ਗੌਰਮੈਂਟ ਨਹੀਂ ਸੀ, ਪਰ ਇਹਨਾਂ ਨੇ ਜਿਸ ਤਰ੍ਹਾਂ ਦਾ ਕੰਮ ਕੀਤਾ ਹੈਗਾ, ਕਿਉਂਕਿ ਮਾਰਚ ਤੋਂ ਸ਼ੁਰੂ ਹੋ ਗਿਆ ਇਹ ਪੈਂਡੈਮਿਕ, ਮਾਰਚ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਜਿਸ ਤਰੀਕੇ ਨਾਲ ਪੈਂਡੈਮਿਕ ਨੂੰ ਹੈਂਡਲ ਕੀਤਾ ਹੈਗਾ, ਲੋਕਾਂ ਦੀ ਮਦਦ ਕੀਤੀ ਹੈ, ਬਿਜ਼ਨਸਾਂ ਦੀ ਮਦਦ ਕੀਤੀ ਹੈਗੀ, ਇੰਸਟੀਟਿਊਸ਼ਨਾਂ ਦੀ ਮਦਦ ਕੀਤੀ ਹੈ, ਇੰਡੀਵਿਜੂਅਲ ਦੀ ਮਦਦ ਕੀਤੀ ਹੈ, ਉਹ ਸਾਰੇ ਕਾਸੇ ਨੂੰ ਲੈ ਕੇ ਲੋਕਾਂ ਦਾ ਵੱਡਾ ਪ੍ਰਭਾਵ ਬਣਿਆ ਹੋਇਆ। ਉਹ ਹਾਲੇ ਵੀ ਲਿਬਰਲ ਪਾਰਟੀ ਦੀ ਪੂਰੀ ਸਪੋਰਟ ਤੇ ਖੜੇ ਹੈ। ਇਹ ਜਿਹੜਾ ਪੋਲ ਟਰੈਕਿੰਗ ਦੇ ਰਿਜ਼ਲਟ ਆਏ ਹੈਗੇ, ਕਹਿੰਦੇ ਜੀ ਲਿਬਰਲ ਪਾਰਟੀ ਨੂੰ ਅਗਰ ਅੱਜ ਵੋਟ ਪੈ ਜਾਂਦੀ ਹੈ 36% ਵੋਟਾਂ ਉਹ ਲੈ ਕੇ ਜਾਣਗੇ। 36.2 ਸ਼ਾਇਦ।
ਹਾਂ 36.3 ਤੇ ਜੇ ਆਪਾਂ ਕੰਜ਼ਰਵੇਟਿਵ ਪਾਰਟੀ ਸੀਪੀਸੀ ਨੂੰ ਵੋਟਾਂ ਪੈਣਗੀਆਂ ਉਹਨਾਂ ਦਾ ਪਹਿਲਾਂ ਨਾਲੋਂ ਵਧਿਆ ਆਏਗਾ, ਉਹਨਾਂ ਦਾ 29.9% ਦੇ ਗੇੜ 'ਚ, ਪਰ ਫਿਰ ਵੀ ਮਤਲਬ ਵੀ ਉਹਨਾਂ ਦਾ 5-6% ਦਾ ਫਰਕ ਹੈ। ਤੇ ਐਨਡੀਪੀ ਵਾਲੇ 17%, ਗ੍ਰੀਨ ਪਾਰਟੀ ਵਾਲੇ 6%। ਤਾਂ ਥੋੜਾ ਬਹੁਤਾ ਫਰਕ ਐਰਨੋ 2 ਲਾਉਣ ਦੇ ਕਰਕੇ ਸੀਪੀਸੀ ਵਾਲਿਆਂ ਨੂੰ ਪਿਆ ਆਏਗਾ, ਪਰ 46% ਲੋਕ ਅੱਜ ਇਹ ਕਹਿੰਦੇ ਹੈਗੇ ਵੀ ਲਿਬਰਲ ਪਾਰਟੀ ਵੋਟਾਂ ਵਿੱਚ ਜਿੱਤੇਗੀ ਤੇ ਮੈਜੋਰਟੀ ਗਵਰਨਮੈਂਟ 168 ਸੀਟਾਂ ਲੈ ਕੇ ਆਏਗੀ ਤੇ 111 ਦੂਜਿਆਂ ਨੂੰ ਮਿਲਣਗੀਆਂ। ਹਰਨੇਕ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸ਼ਾਮਲ ਹੋਣ ਲਈ ਸਰ। ਥੈਂਕ ਯੂ ਜੀ, ਥੈਂਕ ਯੂ ਬਸੰਤਾ ਸਰ, ਗੁੱਡ ਟੂ ਬੀ ਵਿਦ ਯੂ। ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ, ਕਿਉਂਕਿ ਜਦੋਂ ਪ੍ਰੋਗਰਾਮ ਖਤਮ ਹੁੰਦਾ ਤੁਹਾਡੇ ਢੇਰ ਸਾਰੇ ਮੈਸੇਜ ਸਾਨੂੰ ਮਿਲਦੇ ਨੇ। ਇਸ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ।